ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਪ੍ਰੀਤਮ ਜੀ ਦਾ 6ਵਾਂ ਭਾਗ, ਆਓ ਪਿਆਰ ਨਾਲ ਸਰਵਣ ਕਰੀਏ ਜੀ। ਦਾਤਾ ਜੀ ਦੇ ਪਿਆਰ ਤੇ ਇਸ ਤਰ੍ਹਾਂ ਦੇ ਬਚਨਾਂ ਦਾ ਫਲ ਇਹ ਹੋਇਆ ਕਿ ਵਿਦਵਾਨ ਕਾਕੀ, ਵਿਦਵਾਨ ਵੈਦ ਤੇ ਵੈਦ ਦੀ ਤ੍ਰਿਆ ਤ੍ਰੈ ਜਣੇ ਉਸ ਰਸਤੇ ਤੇ ਟੁਰ ਪਏ ਜਿਸ ਦਾ ਕਥਨ ਰਾਜਾ ਜੀ ਦੇ ਸਿਪਾਹੀ ਨੇ ਇਸ ਪਿਆਰ ਨਾਲ ਕੀਤਾ। ਹੁਣ ਰੰਗ ਜੰਮਣਾ ਸ਼ੁਰੂ ਹੋ ਗਿਆ, ਸਮਾਂ ਬੀਤਦਾ ਗਿਆ। ਖਬਰੇ ਮਾੜੀ ਵਿੱਚ ਦਾਤਾ ਜੀ ਨੂੰ ਵਰ੍ਹਾ ਲੰਘ ਗਿਆ ਕਿ ਘੱਟ ਵੱਧ ਪਤਾ ਨਹੀਂ ਇੰਨੇ ਚਿਰ ਵਿੱਚ ਕੀ ਕੁਛ ਹੋਇਆ। ਕੀ ਰਾਜਾ ਜੀ ਦੇ ਸਿਪਾਹੀ ਜੀ ਆਪਣੀ ਮਹਿਮਾ ਤੇ ਪਿਆਰ ਕੀਤੇ ਜਾਣ ਦੇ ਰਸ ਵਿੱਚ ਮਗਨ ਹੋ ਗਏ ਹਨ? ਨਹੀਂ, ਮਾੜੀ ਵਿੱਚ ਸਤਸੰਗ ਦਾ ਮੰਡਲ ਬਣ ਗਿਆ। ਕੋਈ ਪੰਜੀ ਕੋਈ ਸਰੀਰ ਇਸ ਸੁਖ ਦੇ ਸਾਂਝੀਵਾਲ ਹੋ ਗਏ ਹਨ। ਰਾਜਾ ਜੀ ਦੇ ਸਿਪਾਹੀ ਜੀ ਥਲ ਦੇ ਇਸ ਸਿਰੇ ਤੋਂ ਪਰਲੇ ਸਿਰੇ ਤੱਕ ਤੇ ਇਧਰ ਸ਼ਾਹ ਜੀਵਣੇ ਤੇ ਹੋਰ ਪਰੇ ਝੰਗ ਤੱਕ ਕਈ ਪਿੰਡਾਂ ਵਿੱਚ ਫਿਰ ਨਿਕਲੇ ਤੇ ਤਪਤ ਹਿਰਦਿਆਂ ਨੂੰ ਠਾਰਦੇ ਫਿਰੇ। ਇਸ ਇੱਕ ਵਰੇ ਵਿੱਚ ਝੰਨਾ ਤੇ ਜੇਹਲਮ ਦੇ ਇਸ ਟੁਕੜੇ ਦੇ ਕਿਨਾਰੇ ਜਿੱਥੇ ਪਿਛਲੇ ਸਾਲ ਆਪ ਮੁਰਦਾ ਲੋਧ ਦੀ ਸ਼ਕਲ ਵਿੱਚ ਬੰਨੇ ਆ ਲੱਗੇ ਸਨ, 300 ਬੰਦਿਆਂ ਦੇ ਅੰਦਰ ਜੀਵਨ, ਆਤਮ ਜੀਵਨ, ਹਾਂ ਪ੍ਰੇਮ ਦੀ ਜਿਉਂਦੀ ਜਾਗਦੀ ਲਹਿਰ ਦੇ ਪੈਦਾ ਕਰਨੇ ਹਾਰੇ ਹੋ ਗਏ। ਪਰੰਤੂ ਹੁਣ ਨੌਕਰੀ ਬਦਲਦੀ ਹੈ, ਸੁਪਨ ਦਰਸ਼ਨ ਆਉਂਦੇ ਹਨ। ਅਰ ਰਾਜਾ ਜੀ, ਜਿਨ੍ਹਾਂ ਨੂੰ ਪਿਆਰ ਨਾਲ ਕਦੇ ਰਾਜਾ ਜੀ ਤੇ ਪ੍ਰੀਤਮ ਜੀ ਆਖਦੇ ਹਨ, ਸੈਨਤ ਕਰਦੇ ਹਨ ਕਿ ਮੇਰੇ ਪਿਆਰੇ, ਜਿੱਥੋਂ ਮੁੰਡ ਲੱਗਾ ਸੀ ਉਹ ਥਾਂ ਬੰਜਰ ਪਿਆ ਹੈ। ਵਾਗਾ ਮੋੜ ਤੇ ਉਸ ਉਖਰ ਥਾਂ ਜਿੱਥੇ ਤੇਰੇ ਪਵਿੱਤਰ ਲਹੂ ਦੇ ਟੇਪੇ ਡਿੱਗੇ ਸਨ, ਜਾ ਦੇਖ ਕੇ ਬਿਰਹੋਂ ਨੇ, ਹਾਂ ਬਿਰਹੋਂ ਸੁਲਤਾਨ ਨੇ ਮੋਹ ਮਮਤਾ ਦੇ ਆਸਰੇ ਹੀ ਹਲਵਾ ਕੱਢਿਆ ਹੈ। ਤੂੰ ਉੱਥੇ ਪਹੁੰਚ ਅਰ ਬੀਜ ਕੇਰ ਤਾਂ ਜੋ ਫਸਲ ਤਿਆਰ ਹੋਵੇ, ਜੋ ਮੈਂ ਆਪਣੇ ਸ਼ਹਿਨਸ਼ਾਹ ਦੇ ਖਜ਼ਾਨੇ ਵਿੱਚ ਬੋਹਲ ਪੇਸ਼ ਕਰਾਂ। ਖੋਟੇ ਖਰੇ ਹੋ ਕੇ ਖਜ਼ਾਨੇ ਦਾਖਲ ਹੋਣ। ਦਾਤਾ ਜੀ ਤਾਂ ਲੋਕ ਹੀ ਆਖਦੇ ਸਨ, ਪਰ ਉਹ ਇਹ ਸੁਣ ਕੇ ਖੁਸ਼ ਨਹੀਂ ਸਨ ਹੁੰਦੇ। ਉਹ ਤਾਂ ਰਾਜਾ ਜੀ ਦਾ ਸਿਪਾਹੀ ਅਖਾ ਕੇ ਖੁਸ਼ ਸਨ, ਕਿਉਂਕਿ ਉਹਨਾਂ ਦਾ ਜੀਵਨ ਤਾਂ ਪ੍ਰੀਤਮ ਜੀ ਦੀ ਸੁਰਤ ਦੀ ਤਾਰ ਵਿੱਚ ਪਰੋਤਾ ਕੇਵਲ ਹੁਕਮ ਮਾਤਰ ਸੀ। ਅੱਜ ਉਹ ਪਿਆਰੇ ਜੀ, ਉਹ ਆਪਣਾ ਪਿਛਲੇ ਸਾਲ ਵਾਲਾ ਖੂਨ ਲਿਬੜਿਆ, ਪਰ ਹੁਣ ਧੋਤਾ ਹੋਇਆ ਚੋਲਾ ਤੇ ਉਹ ਦਸਤਾਰਾ ਸਜਾਈ, ਸੋਟਾ ਹੱਥ ਵਿੱਚ ਫੜੀ, ਨਦੀ ਦੇ ਕਿਨਾਰੇ ਬਜਰੇ ਵਿੱਚ ਖੜੇ ਸਨ। ਉਹ ਪੂਰੇ ਤੇ ਪਰਾਲੀ ਜਿਸ ਵਿੱਚ ਦੱਬੇ ਆਏ ਸਨ ਧਰੀ ਪਈ ਹੈ। 2 ਮੁਹਾਣੇ ਬਜਰੇ ਨੂੰ ਰੱਸੇ ਪਾ ਕੇ ਉੱਪਰ ਲੈ ਜਾਣ ਲਈ ਖੜੇ ਸਨ। 300 ਨੇਕ ਰੂਹਾਂ, 300 ਉਹ ਮੰਦੇ ਜੋ ਬੰਦੇ ਬਣਾਏ ਗਏ ਸਨ, ਜਿਨ੍ਹਾਂ ਦੇ ਅੰਦਰ ਪ੍ਰੀਤਮ ਜੀ ਦੀ ਖਿੱਚ ਲਹਿਰੇ ਲੈ ਰਹੀ ਹੈ, ਜੋ ਪ੍ਰੀਤਮ ਜੀ ਦੇ ਪ੍ਰਤੱਖ ਦਰਸ਼ਨਾਂ ਲਈ ਉਹਨਾਂ ਦੀ ਯਾਦ ਪਕਾ ਰਹੇ ਹਨ, ਉਸ ਪਿਆਰੀ ਸੂਰਤ ਵੱਲ ਤੱਕ ਰਹੇ ਹਨ, ਜੋ ਉਹਨਾਂ ਮੁਰਦੇ ਦਿਲਾਂ ਵਿੱਚ ਜ਼ਿੰਦਗੀ ਦੀ ਰੌਂ ਪੈਦਾ ਕਰਕੇ ਅੱਜ ਟੁਰ ਚੱਲੀ ਹੈ। ਹਾਂ, ਜਿਸ ਦਾਤੇ ਨੇ ਮੌਤ ਦੀ ਘਾਟ ਤੇ ਸੁੱਤੇ ਪਿਆਂ ਨੂੰ ਜਗਾ ਕੇ ਜੀਵਨ ਦੀ ਮੰਜ਼ਲ ਦੇ ਰਸਤੇ ਪਾਇਆ, ਅੱਜ ਵਿਦਾ ਹੋ ਰਿਹਾ ਹੈ। 600 ਅੱਖਾਂ ਤਰਪ ਤਰਪ ਪਿਆਰ ਦੇ ਹੰਝੂ ਕੇਰ ਰਹੀਆਂ ਹਨ। ਆਹ ਚੰਨਾ ਨਦੀ, ਤੂੰ ਅੱਜ ਚੰਦਰ ਭਗਾ ਹੋ ਗਈ, ਤੂੰ ਧਨੀ ਹੋ ਗਈ। ਜਿਸ ਦੇ ਨਿਰਜਿੰਦ ਪਾਣੀ ਵਿੱਚ ਜ਼ਿੰਦਗੀ ਵਾਲੇ ਜਲ ਦੇ 600 ਟੇਪੇ ਦਮ ਬਦਮ ਤੇ ਨਵੇਂ ਤੋਂ ਨਵੇਂ ਗਿਰ ਰਹੇ ਹਨ, ਤੇ ਤੇਰੇ ਬਰਫਾਨੀ ਠੰਡੇ ਪਾਣੀਆਂ ਨੂੰ ਕਹਿ ਰਹੇ ਹਨ ਕਿ ਅਸੀਂ ਜ਼ਿੰਦਗੀ ਦੇ ਚਸ਼ਮਿਆਂ ਵਿੱਚੋਂ ਆ ਰਹੇ ਹਾਂ। ਸਾਡੀ ਰੂਹਾਨੀ ਨਿੱਘ ਨਾਲ ਪਵਿੱਤਰ ਹੋ ਜਾਓ ਤੇ ਜਾਗ ਉਠੋ। ਬਜਰਾ ਟੁਰ ਪਿਆ, 300 ਸੀਸ ਨਿਉ ਗਿਆ, ਪਰ ਉਹ ਵਿਕ ਚੁੱਕਾ ਸਿਰ ਜੋ ਬਜਰੇ ਵਿੱਚ ਅਡੋਲ ਖੜਾ ਪਿਆਰ ਦੇ ਰੰਗ ਵਿੱਚ ਮਸਤ ਹੈ, 300 ਹਿਰਦੇ ਦੇ ਪਿਆਰ ਨਾਲ ਕਾਂਪ ਨਹੀਂ ਖਾ ਰਿਹਾ। ਸੰਗਤ ਜਾਣ ਕੇ ਪ੍ਰੀਤਮ ਜੀ ਦੇ ਪ੍ਰੇਮੀ ਜਾਣ ਕੇ ਪਿਆਰ ਤੇ ਸਤਕਾਰ ਨਾਲ ਪ੍ਰੀਤਮ ਜੀ ਦੀ ਪਿਆਰੀ ਯਾਦ ਵਿੱਚ ਝੁੱਕ ਹੈ। 300 ਤੇ ਇੱਕ ਸਿਰ ਪਰਸਪਤ ਝੁਕ ਰਹੇ ਹਨ, ਜਿਨ੍ਹਾਂ ਪਵਿੱਤਰ ਸੀਸਾਂ ਵਿੱਚ ਪ੍ਰੀਤਮ ਜੀ ਦਾ ਪਿਆਰ ਲਹਿਰੇ ਮਾਰ ਰਿਹਾ ਹੈ। ਪੰਤਾਣੀ ਧੀ ਨੂੰ ਪਿਆਰ ਕਰਨ ਵਾਲੀ ਮਾਂ ਰੋ ਰੋ ਕੇ ਅੱਧੀ ਹੋ ਗਈ ਹੈ। ਚਿਹਰਾ ਝੁਰ ਗਿਆ ਹੈ, ਅੱਖਾਂ ਥੱਲੇ ਲੈ ਗਈਆਂ ਹਨ। ਬਿਰਹਾ ਘਟਿਆ ਨਹੀਂ, ਅੱਜ ਫੇਰ ਹਾਵੇ ਪਰ ਰਹੀ ਹੈ। ਪੰਡਿਤ ਜੀ, ਮੈਂ ਤਾਂ ਮੂਰਖ ਮਮਤਾ ਦੀ ਮਾਰੀ ਨੇ ਰੋ ਰੋ
ਆਪਾ ਵੰਜਾ ਲੀਤਾ, ਤੁਸੀਂ ਤਾਂ ਸਿਆਣੇ ਸੀ। ਵਰਾ ਰਾਤੀ ਬੀਤ ਗਿਆ, ਤੁਸਾਂ ਵੀ ਹਾਵਿਆਂ ਨਾਲ ਪਿਆਰ ਪਾਇਆ ਹੈ। ਸਰੀਰ ਅੱਧਾ ਨਹੀਂ ਰਿਹਾ, ਘਰ ਵਿੱਚੋਂ ਚਾਅ ਤੇ ਖੁਸ਼ੀ ਪਤਰਾਵਾਜ ਗਏ। ਉੱਪਰ ਤੱਕ ਕੇ ਧੀਏ ਸਾਨੂੰ ਕਿਉਂ ਰੁਲਾ ਗਈਆਂ? ਹੇ ਮੇਰੇ ਘਰ ਦੀ ਬੋਲਦੀ ਬੁਲਬੁਲੇ ਤੇ ਕੂਕਦੀ ਕੋਇਲੇ, ਜੇ ਇਉਂ ਮੋਹ ਤੋੜਨਾ ਸੀ ਤਾਂ ਪਿਆਰ ਕਿਉਂ ਪਾਇਆ ਸੀ? ਲਾਲੀਏ ਮੇਰੀਆਂ ਆਂਦਰਾਂ ਕਲਪ ਕਲਪ ਕੇ ਸੜ ਲੱਥੀਆਂ, ਤੈਨੂੰ ਕਿਤੇ ਤੂੰ ਨਹੀਂ ਪੈਂਦੀ? ਜ਼ਰੂਰ ਇਸ ਮਨੁੱਖ ਖਾਣੀ ਚੰਨਾ ਨੇ ਕਿਤੇ ਤੈਨੂੰ ਚੱਪ ਲਿਆ, ਨਹੀਂ ਤਾਂ ਲਾਲੀ ਕਿਤੇ ਜਿਉਂਦੀ ਹੁੰਦੀ ਤਾਂ ਮੇਰੀ ਇੱਕ ਇੱਕ ਅਥਰੂ ਪੱਥਰ ਹੋ ਕੇ ਉਸਦੀ ਛਾਤੀ ਤੇ ਪੈਂਦੀ ਤੇ ਕਦੇ ਜਰ ਨਾ ਸਕਦੀ। ਮੈਂ ਵੱਲ ਜ਼ਰੂਰ ਤਾਈ ਕਰਦੀ। ਹਾਏ ਪਿਆਰੀ ਪਰ ਮਿਲਿਆ, ਤੂੰ ਜ਼ਰੂਰ ਮਰ ਚੁੱਕੀ ਹੈ। ਪੰਡਤ ਜੀ, ਧੀ ਪੰਡਤ ਵੀ ਅਭਿਗਤ ਗਈ। ਕੀ ਅਜੇ ਵੀ ਆਸ ਹੈ ਕਿ ਜਿਉਂਦੀ ਹੈ? ਮੈਨੂੰ ਤਾਂ ਇਸ ਵਿੱਚ ਸੰਸਾ ਨਹੀਂ ਕਿ ਉਹ ਮਰ ਚੁੱਕੀ ਹੈ। ਕੁਛ ਤਰਸ ਕਰੋ, ਪ੍ਰੇਤ ਹੋ ਕੇ ਪੀੜਾ ਭਰ ਰਹੀ ਹੋਵੇਗੀ। ਪੋਹੇ ਜਾਓ, ਕਿਰਿਆ ਤਾਂ ਕਰਾ ਛੱਡੋ, ਡੋਲਦੀ ਤਾਂ ਨਾ ਫਿਰੇ। ਅਜੇ ਤੱਕ ਸੰਸਾ ਰਹੇਗਾ ਕਿ ਜਿਉਂਦੀ ਹੈ। ਪੰਡਤ, ਪ੍ਰਿਆ ਕੀ ਦੱਸਾਂ, ਪੰਜਾਬ ਭਰ ਵਿੱਚ ਢੂੰਡ ਕੀਤੀ ਹੈ, ਪੂਰਬ ਦੇ ਤੀਰਥਾਂ ਤੱਕ ਟੋਲ ਕੀਤੀ ਹੈ, ਬਨ ਕੰਦਰਾਂ ਭਾਲੀਆਂ ਹਨ, ਪਰ ਅਜੇ ਪਾਪੀ ਮਨ ਆਸ ਨਹੀਂ ਛੋੜਦਾ। ਜੇਕਰ ਤੈਨੂੰ ਪੱਕ ਹੋ ਗਿਆ ਹੈ ਕਿ ਮਰ ਚੁੱਕੀ ਹੈ ਤਾਂ ਪ੍ਰੇਤ ਕਿਰਿਆ ਕਰਾ ਦਿੰਦੇ ਹਾਂ। ਮਾਵਾਂ ਨਾਲ ਧੀਆਂ ਨੂੰ ਖਿੱਚ ਬਹੁਤੀ ਹੁੰਦੀ ਹੈ, ਕਿਤੇ ਸੁਪਨ ਦਰਸ਼ਨ ਤਾਂ ਨਹੀਂ ਹੋਏ? ਮਾਂ, ਦਰਸ਼ਨ ਤਾਂ ਕੋਈ ਨਹੀਂ, ਪਰ ਦਿਲ ਇਹੋ ਆਖਦਾ ਹੈ। ਪੰਡਤ, ਚੰਗਾ, ਅਹੋ ਦੇਵ, ਕਰਮ ਗਤੀ ਟਾਰੀ ਨਾ ਟਰੇ। ਮਨ ਵਿੱਚ ਕੀ ਸੀ ਹੋ ਕੀ ਗਿਆ? ਧੀ ਨੇ ਗਾਰਗੀ ਦੀ ਤਰ੍ਹਾਂ ਯਸ਼ ਲੈਣਾ ਸੀ, ਧੀ ਨਿਮਾਣਿਆਂ ਦੀ ਤਰ੍ਹਾਂ ਗਈ ਆਈ ਹੋ ਗਈ। ਮੇਰਾ ਘਰ ਸੁੰਝਾ ਕਰ ਗਈ। ਹੋਰ ਕੋਈ ਬਾਲ ਹੁੰਦਾ, ਚਿਤ ਕਿਸੇ ਆਸਰੇ ਸਹਾਰਾ ਖਾਂਦਾ। ਇੱਕ ਬੱਚੇ ਦੇ ਮਾਪੇ ਅੰਨੇ ਹੁੰਦੇ ਹਨ। ਸੱਚੀ ਗੱਲ ਇਹ ਹੈ ਕਿ ਅਸੀਂ ਹਾਂ ਬੜੇ ਕਪਟੀ। ਕਿਤਨੇ ਸ਼ਾਸਤਰ ਘੋਖੇ, ਸੰਸਾਰ ਨੂੰ ਸੁਪਨਾ ਤੇ ਰੱਸੀ ਵਿੱਚ ਸਭ ਦੀ ਕਲਪਨਾ ਤੇ ਮਿਰਗ ਤ੍ਰਿਸ਼ਨਾ ਦਾ ਭਰਮ ਪੜ੍ਹਿਆ ਤੇ ਪੜ੍ਹਾਇਆ, ਪਰ ਕਾਕੀ ਦਾ ਵਿਛੋੜਾ ਕੈਸੇ ਸੱਤੇ ਭਾਸ ਰਿਹਾ ਹੈ। ਸੁਪਨੇ ਦੀ ਖੇਡ ਸੀ, ਗਈ ਪਰ ਪਾਪੀ ਮਨ ਨਹੀਂ ਮੰਨਦਾ, ਰੋਂਦਾ ਹੈ, ਹਾਵੇ ਭਰਦਾ ਹੈ। ਬਾਹਰ ਤਾਂ ਅਜੇ ਵੀ ਗਿਆਨ ਘੋੜ ਛੱਡੀਦਾ ਹੈ, ਕਿਉਂਕਿ ਪਤ ਨਹੀਂ ਰਹਿੰਦੀ, ਪਰ ਹੁੰਦਾ ਹੈ ਇਹ ਨਿਰਾ ਹੱਠ। ਲੋਕੀ ਵੀ ਕਿਹੜੇ ਮੂਰਖ ਹਨ, ਮੇਰੀ ਕਹਿਣੀ ਵੱਲ ਜਾਂਦੇ ਹਨ ਕਿ ਇਹ ਧੀ ਦੇ ਨੁਕਸਾਨ ਨੂੰ ਬ੍ਰਹਮ ਗਿਆਨ ਵਿੱਚ ਚੱਲ ਗਿਆ ਹੈ। ਮੇਰੇ ਚਿਹਰੇ ਵੱਲ ਕੋਈ ਨਹੀਂ ਤੱਕਦਾ ਕਿ ਅੱਧਾ ਰਹਿ ਗਿਆ ਹੈ। ਮੇਰੇ ਸੁਭਾਅ ਵੱਲ ਨਹੀਂ ਕੋਈ ਵੇਖਦਾ ਕਿ ਹਾਸਾ ਰਿਹਾ ਹੀ ਨਹੀਂ, ਸਦਾ ਉਦਾਸੀ ਰਹਿੰਦੀ ਹੈ। ਵਰਤੋਂ ਵੱਲ ਨਹੀਂ ਤੱਕਦੇ ਕਿ ਸਾਡੇ ਘਰ 700 ਪੁੱਤ ਦੀ ਮੌਤ ਦਾ ਸ਼ੋਕ ਵਰਤ ਰਿਹਾ ਹੈ। ਜਦ ਮੈਂ ਆਖਦਾ ਹਾਂ ਜਗਤ 3 ਕਾਲ ਸੁਪਨਾ ਹੈ, ਸੁਪਨਾ ਕੀ ਹੋਇਆ ਹੀ ਕਦੇ ਨਹੀਂ, ਤਾਂ ਆਖਦੇ ਹਨ ਪੰਡਿਤ ਜੀ ਕੈਸੇ ਗਿਆਨੀ ਹਨ। ਉਹ ਸੰਸਾਰ ਸੱਚਮੁੱਚ ਛਲ ਰੂਪ ਹੈ, ਮਿਥਿਆ ਹੈ। ਪਰ ਜਿਵੇਂ ਸੰਸਾਰ ਮਾਇਆ ਮਿਥਿਆ ਹੈ, ਮੇਰਾ ਗਿਆਨ ਵੀ ਮਿਥਿਆ ਹੈ। ਪੰਡਤਾਣੀ, ਪਰ ਪੰਡਤ ਜੀ ਆਖਰ ਮਰਨਾ ਹੈ ਅਸਾਂ ਵੀ, ਤੇ ਹੁਣ ਤਾਂ ਖਬਰੇ ਮਰੀਏ ਵੀ ਛੇਤੀ। ਮਨ ਦਾ ਹੁਲਾਸ ਤੇ ਹੁਸਨ ਤਾਂ ਰਹੇ ਹੀ ਨਹੀਂ। ਜੀਵਨ ਦੀ ਡੋਰ ਨੂੰ ਇਹ ਸਰੀਰ ਇਸ ਹਾਲ ਕਿੰਨਾ ਕੁ ਚਿਰ ਚੰਬੜਿਆ ਰਹਿ ਸਕਦਾ ਹੈ? ਫਿਰ ਕੀ ਹੋਊ? ਮਰ ਕੇ ਸਾਡਾ ਕੀ ਬਣੂ? ਭੈ ਲੱਗਦਾ ਹੈ। ਹੁਣ ਤਾਂ ਨੌਕਰ ਚਾਕਰ ਹਨ, ਕੋਈ ਮੂੰਹ ਮੱਥੇ ਲੱਗਦਾ ਹੈ। ਦੱਸੋ ਪੰਡਤ ਜੀ, ਫਿਰ ਹੁਣ ਵਾਂਗ ਇਕੱਲ ਤਾਂ ਨਾ ਪੜ ਖਾਏਗੀ? ਮੌਤ ਦਾ ਖਿਆਲ ਇਸ ਭੋਲੇਪਨ ਵਿੱਚ ਉਚਾਰਿਆ ਹੋਇਆ ਪੰਡਤ ਜੀ ਨੂੰ ਵੀ ਘਬਰਾ ਗਿਆ। ਕਲੇਜਾ ਬੈਠ ਗਿਆ, ਸਹਿਮ ਛਾ ਗਿਆ। ਡੂੰਘੀ ਸੋਚ ਪੈ ਗਈ। ਕੀਤੇ ਕੁਕਰਮ ਤੇ ਦਿੱਤੇ ਦੁੱਖ ਅੱਖਾਂ ਅੱਗੇ ਫਿਰ ਗਏ। ਦੌਲਤ ਦੇ ਅੰਬਾਰ ਤੇ ਜ਼ਮੀਨਾਂ ਮੌਤ ਵੇਲੇ ਧਰੇ ਹੀ ਛੱਡ ਜਾਣੇ ਹਨ। ਇਹ ਭਾਵ ਅੱਖਾਂ ਅੱਗੋਂ ਫਿਰ ਕੇ ਕਲੇਜਾ ਹਿਲ ਗਿਆ। ਆਹ ਸੱਚ, ਤੂੰ ਨਿਡਰ ਤੇ ਅੱਛੇ ਪੈ। ਕਿੰਨਾ ਚਿਰ ਇਸ ਤੋਂ ਮਨ ਦਾ ਮੂੰਹ ਲੁਕਾਓ, ਕਦੇ ਨਾ ਕਦੇ ਝਲਕਾ ਦੇਵੇ ਹੀ ਦੇਵੇ। ਸੰਸਾਰ ਅੱਖਾਂ ਵਿੱਚ ਡਰਾਵਣਾ ਹੋ ਗਿਆ, ਹਨੇਰਾ ਛਾ ਗਿਆ, ਇਕੱਲ ਦਿਸ ਪਈ। ਇਕੱਲ, ਹਾਂ ਇਕੱਲ, ਨਿਰੀ ਇਕੱਲ ਨਰਕ ਤੋਂ ਵੱਧ ਨਰਕ ਹੋ ਪਾਸੀ। ਪੰਡਿਤ ਜੀ ਘਬਰਾ ਗਏ।
ਵਹਿਸ਼ਤ ਛਾ ਗਈ। ਹੁਣ ਆਪ ਨੂੰ ਦਾਤਾ ਜੀ ਯਾਦ ਆ ਗਏ। ਸੁੰਦਰ ਪਿਆਰਾ ਜਵਾਨ ਮੁੰਜ ਵਾਂਗੂ ਕੁਟੀਂਦਾ ਹੈ, ਮਰ ਜਾਂਦਾ ਹੈ, ਭੂਰਿਆਂ ਵਿੱਚ ਪਾ ਕੇ ਬਜਰੇ ਵਿੱਚ ਰੱਖ ਕੇ ਰੋੜਿਆ ਜਾਂਦਾ ਹੈ। ਖੂਨ, ਹਾਂ ਦੇਵ ਮੈਂ ਖੂਨੀ ਹਾਂ। ਖੂਨ ਉਂਝ ਪਚ ਗਿਆ ਸਹੀ, ਪਰ ਅੰਦਰ ਆਤਮਾ ਦੀ ਡੂੰਘੀ ਤਹਿ ਵਿੱਚ ਲੁਕਿਆ ਪਿਆ ਹੈ, ਚੋਭਾਂ ਦਿੰਦਾ ਹੈ। ਅੱਜ ਫਿਰ ਸਾਮਰਥਕ ਆ ਹੋਇਆ ਹੈ। ਮੈਂ ਖੂਨੀ ਹਾਂ, ਕਾਂਬਾ ਛਿੜ ਪਿਆ। ਹਨੇਰਾ ਹੋਰ ਡੂੰਘਾ ਹੋ ਗਿਆ, ਇਕੱਲ ਹੋਰ ਪੀੜਾ ਵਾਲੀ ਹੋ ਗਈ, ਤੇ ਦਾਤਾ ਜੀ ਦੇ ਖੂਨ ਦਾ ਖਿਆਲ ਤਿਰਖੇ ਤੀਰਾਂ ਦੀਆਂ ਅਣਿਆਲੀਆਂ ਨੋਕਾਂ ਨਾਲੋਂ ਵੀ ਤਿਰਖੇ ਚੁਭਣ ਵਾਲੇ ਉਲਾਮੇ ਦੀ ਸੂਰਤ ਬਣ ਕੇ ਲੱਗਾ ਵਿੰਨਣ ਤੇ ਸਲਣ। ਇਕੱਲ ਤੇ ਕੀਤੇ ਮਾੜੇ ਕਰਮਾਂ ਦਾ ਪਛਤਾਵਾ, ਇਹ ਹੈ ਨਰਕ। ਹਾਂ ਹਾਂ ਪੰਡਤ ਜੀ ਬੈਠੇ ਬੈਠੇ ਰੋ ਰਵੇ। ਪੰਡਤ ਜੀ ਬੈਠੇ ਬੈਠੇ ਨਰਕ ਤੋਂ ਵੀ ਭੈੜੇ ਨਰਕ ਦੇ ਦੁੱਖ ਭੋਗ ਰਹੇ ਹਨ। ਹਾਂ ਮੈਂ ਖੂਨੀ। ਉੱਚੀ ਉੱਚੀ ਬਰੜਾ ਉੱਠੇ ਅਰ ਘੇਰਨੀ ਖਾ ਕੇ ਡਿੱਗ ਪਏ, ਕਲੇਜਾ ਟੁੱਟ ਗਿਆ। ਮੈਂ ਖੂਨੀ ਦੀ ਸੱਟ ਨੇ ਯਾਦ ਸੱਦ ਲਿਆਂਦੀ। ਯਾਦ ਨੇ ਕੁਕਰਮਾਂ ਦੀ ਪੋਥੀ ਖੋਲ ਦਿੱਤੀ। ਸਭ ਤੋਂ ਭਿਆਨਕ ਸੂਰਤ ਉਸ ਸਾਈਂ ਲੋਕ ਦਾ ਖੂਨ ਸੀ। ਮਿੱਤਰ ਪਿਆਰੇ ਮਹਿਲ ਮਿਲਕ ਮਾਲ ਨਾਲ ਨਹੀਂ ਜਾਂਦੇ, ਪਰ ਕੁਕਰਮਾਂ ਦੀ ਯਾਦ ਵੀ ਚੁਭਵੇਂ ਉਲਾਮਿਆਂ ਭਰੀ ਮਨ ਵਿੱਚ ਡੂੰਘੀ ਉਕਰੀ ਹੋਈ ਹੁੰਦੀ ਹੈ। ਮਾਲ ਮਿਲਕ ਵਾਂਗੂ ਇਹ ਵੀ ਪਿੱਛੇ ਰਹਿ ਜਾਏ, ਪਰ ਇਹ ਨਹੀਂ ਰਹਿੰਦੀ। ਕੁਕਰਮ ਪਹਿਲੇ ਖਿਆਲ ਮੰਡਲ ਵਿੱਚ ਉਪਜਦੇ ਹਨ, ਫਿਰ ਸਰੀਰ ਨਾਲ ਕਰੀਦੇ ਹਨ, ਬਾਰ-ਬਾਰ ਕਰਨ ਨਾਲ ਸੁਭਾਅ ਬਣ ਜਾਂਦੇ ਹਨ। ਕੀਤਿਆਂ ਦੀ ਯਾਦ ਅੰਦਰ ਥੱਲੇ ਲਹਿੰਦੀ ਜਾਂਦੀ ਹੈ ਤੇ ਸੰਸਕਾਰ ਬਣ ਕੇ ਅੰਦਰ ਲੁਕ ਬੈਠਦੀ ਹੈ। ਸੁਭਾਅ ਤੇ ਇਹ ਯਾਦ ਮਨ ਨਾਲ ਚੰਬੜ ਗਏ, ਤਦਰੂਪ ਹੋ ਗਏ। ਜਦੋਂ ਇਕੱਲ ਆਈ, ਪੈ ਪਿਆ, ਕਸ਼ਟ ਵਾਪਰਿਆ, ਤਾਂ ਯਾਦ ਅੰਦਰੋਂ ਫੁੱਟ ਖਲੋਤੀ ਤੇ ਆਪਣੇ ਆਪ ਨੂੰ ਵੱਡ-ਵੱਡ ਖਾਣ ਲੱਗੀ। ਸੰਸਾਰ ਮਿਥਿਆ, ਤਿੰਨ ਕਾਲ ਮਿਥਿਆ, ਪਰ ਕੁਕਰਮਾਂ ਦਾ ਚਿੱਤਰ ਜੋ ਮਨ ਦੇ ਡੂੰਘੇ ਥਾਵੀਂ ਚਿਤਰਤ ਹੋ ਗਿਆ, ਜਦੋਂ ਇਕੱਲ ਅਰ ਭੈ ਦਾ ਸਮਾਂ ਹੋਵੇ, ਪ੍ਰਕਾਸ਼ਿਤ ਹੋ ਕੇ ਮਗਰੋਂ ਨਹੀਂ ਹਟਦਾ। ਹੈ ਤਾਂ ਸੰਕਲਪ ਮਾਤਰ, ਪਰ ਹਾਏ ਸੰਕਲਪ ਸੌਰਾ ਪੱਕ ਪੱਕ ਕੇ ਘੜੀ ਮੁੜੀ ਹੋ ਕੇ ਸੁਭਾਅ ਹੋ ਚੁੱਕਾ ਹੈ। ਮਨ ਦੀ ਪ੍ਰਕਿਰਤੀ ਸੁਭਾਅ ਬਣ ਜਾਣ ਵਾਂਗੂ ਹੋ ਚੁੱਕਾ ਹੈ। ਸੰਸਾਰ ਤਾਂ ਮਿਥਿਆ ਹੋ ਗਿਆ, ਕਿਉਂਕਿ ਮੌਤ ਖੋ ਲੈਂਦੀ ਹੈ, ਪਰ ਮਰਨ ਵੇਲੇ ਕੁਕਰਮਾਂ ਦੇ ਚੇਤੇ ਅੰਦਰ ਚਿਤਰਤ ਹੋਏ ਐਸੇ ਸਾਫ਼ ਦਿਸਦੇ ਹਨ ਕਿ ਸੱਤ ਸੱਤ ਪਾਸਦੇ ਹਨ। ਇਹਨਾਂ ਨੂੰ ਜਿਉਂਦੇ ਜੀ ਕਿਸੇ ਛੁਰੇ ਨਾਲ ਨਹੀਂ ਕੱਪਿਆ। ਇਹ ਚਿੱਤਰ ਜੰਮ ਦੀ ਫਾਸ ਹਨ। ਇਹਨਾਂ ਨੂੰ ਕਿਸੇ ਗਜ਼ ਨਾਲ ਨਾ ਮਿੜਿਆ ਤੇ ਮੱਪ ਕੇ ਕਿਸੇ ਕਾਤੀ ਨਾਲ ਨਾ ਕੱਟਿਆ। ਮਨਾਂ ਦੀਆਂ ਦਸ਼ਾ ਤਾਂ ਪਛਤਾਵੇ ਨੇ ਦੰਪਤੀ ਦੀਆਂ ਇਹ ਕਰ ਰੱਖੀਆਂ ਸਨ। ਉਂਝ ਪੰਡਤ ਜੀ ਮੂਰਛਤ ਹੋ ਗਏ ਦਾ ਰੋਲਾ ਪੈ ਗਿਆ। ਪਣਤਾਣੀ ਦੀਆਂ ਚੀਕਾਂ ਨਾਲ ਘਰ ਗੂੰਜ ਉੱਠਿਆ। ਟਹਿਲਣਾ ਨੇ ਨੌਕਰ ਦੌੜਾਏ ਤੇ ਨੌਕਰ ਵੈਦ ਜੀ ਨੂੰ ਲਿਆਏ। ਹੁਣ ਦਾਰੂ ਮਿਲ ਰਹੇ ਹਨ। ਮਿੱਤਰ ਪਿਆਰੇ ਕੁਸ਼ਾਮਤੀ ਤੇ ਮਤਲਬੀ ਸੁਰਤ ਲੈਣ ਆ ਰਹੇ ਹਨ। ਹੋਸ਼ ਆ ਗਈ ਹੋਈ ਸੀ। ਕੋਈ ਰੋਗ ਥੋੜਾ ਸੀ। ਮਨ ਨੇ ਹਾਵਾ ਹੀ ਖਾਦਾ ਸੀ। ਪਰ ਹਾਏ ਕਰਨੀ ਦਾ ਹਾਵਾ, ਕੀਤੀ ਦਾ ਉਲਾਮਾ ਤੇ ਕਰਤੂਤਾਂ ਦਾ ਪਛਤਾਵਾ ਕੀ ਸ਼ੈ ਹਨ। ਮਾਨੋ ਡੇਮੂਆਂ ਦੇ ਡੰਗ ਹਨ। ਪੰਡਤ ਜੀ ਦੀ ਤਬੀਅਤ ਵੱਲ ਹੋ ਗਈ, ਪਰ ਮੀਆਂ ਬੀਬੀ ਦਾ ਮਨ ਹੋਰ ਸੱਟ ਖਾ ਕੇ ਹੋਰਵੇਂ ਹੋ ਗਿਆ। ਧੀ ਦੀ ਪੀੜ ਹੁਣ ਕੁਝ ਘੱਟ ਹੈ, ਕਿਉਂਕਿ ਆਪਣਾ ਫਿਕਰ ਤੇ ਸਹਿਮ ਵਧੇਕ ਕੜੇ ਦਾ ਦੁੱਖ ਹੋ ਕੇ ਆਪਣੇ ਵੱਲ ਖਿੱਚਦਾ ਹੈ। ਸਮਾਂ ਹੁਣ ਪਛਤਾਅ ਵਿੱਚ ਲੰਘਦਾ ਹੈ। ਇਸ ਸਦਮੇ ਨੂੰ 15 ਕੁ ਦਿਨ ਲੰਘ ਗਏ। ਪੰਡਤ ਜੀ ਬਾਰੀ ਵਿੱਚ ਬੈਠੇ ਹਨ। ਪੰਡਤਾਣੀ ਕੋਲ ਬੈਠੀ ਹੈ ਅਰ ਅਨਪੜ੍ਹ ਪੰਡਤਾਣੀ ਆਪਣੇ ਕੰਠੋਂ ਹੀ ਬਿਨਾਂ ਸਮਝੇ ਗੀਤਾ ਪੜ੍ਹ ਰਹੀ ਹੈ ਤੇ ਆਪ ਸੁਣ ਰਹੇ ਹਨ। ਪੰਡਤ ਠਹਿਰ ਜਾ ਪੰਡਤਾਣੀ, ਦੇਖ ਵਿਚਾਰ ਕਰ ਇਸ ਸਲੋਕ ਦਾ ਕੀ ਭਾਵ ਹੈ। ਸੁਣ, ਜੋ ਮੇਰੀ ਸਿੱਖਿਆ ਨੂੰ ਘੋੜਦੇ ਹਨ ਪਰ ਕਰਦੇ ਨਹੀਂ, ਉਹ ਗਿਆਨ ਵਿੱਚ ਭਰਮ ਰਹੇ ਹਨ। ਜਾਣ ਲੈ ਕੇ ਇਹ ਮੂਰਖ ਆਦਮੀ ਵਿਨਾਸ਼ ਨੂੰ ਪ੍ਰਾਪਤ ਹੋਣਗੇ। ਪੰਡਤਾਣੀ ਦੇਖ ਇਹ ਸਾਡੇ ਲਈ ਹੈ, ਕਿਹੜਾ ਧਿਆਵ ਹੈ। ਕਰਮ ਯੋਗ ਦਾ ਤੀਸਰਾ ਭਲਾ 9ਵਾਂ ਧਿਆ ਖਿਆਲ ਕਰ ਖਾਂ। 30ਵਾਂ ਸਲੋਕ ਪੜ੍ਹ ਲੈ ਦੇਖ
ਉਸ ਸਲੋਕ ਵਿੱਚ ਸਾਡੇ ਲਈ ਮੌਤ ਸੀ, ਇੱਥੇ ਸਾਡਾ ਦਾਰੂ ਹੈ। ਵੇਖ ਕੀ ਆਖਦੇ ਹਨ, ਜੇ ਕੋਈ ਬੁਰੇ ਜੀਵਨ ਵਾਲਾ ਵੀ ਮੇਰੀ ਪੂਜਾ ਕਰਦਾ ਹੈ ਤੇ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ, ਉਹ ਸਦਾ ਹੀ ਨੇਕ ਹੈ, ਕਿਉਂਕਿ ਉਸ ਦਾ ਇਰਾਦਾ ਦਰੁਸਤ ਹੈ। ਉਹ ਛੇਤੀ ਹੀ ਧਰਮੀ ਹੋ ਜਾਂਦਾ ਹੈ, ਸਦਾ ਦੀ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ। ਯਕੀਨ ਕਰ ਕਿ ਮੇਰਾ ਭਗਤ ਵਿਨਾਸ਼ ਨਹੀਂ ਹੋਏਗਾ। ਪੰਡਤਾਣੀ, ਜੇ ਅਸੀਂ ਵੀ ਭਗਤੀ ਕਰੀਏ ਤਾਂ ਬਚ ਜਾਈਏ, ਪਰ ਕਿਉਂ ਕਰੀਏ? ਭਗਤੀ ਦਾ ਅੰਤ ਗਿਆਨ ਹੈ, ਗਿਆਨ ਸਾਨੂੰ ਸਾਰਾ ਆਉਂਦਾ ਹੈ। ਰੀਤੇ ਗਿਆਨਾਨ ਮੁਕਤੀ, ਬਿਨਾਂ ਗਿਆਨ ਦੇ ਮੁਕਤੀ ਨਹੀਂ, ਸੋ ਭਗਤੀ ਵੀ ਗਿਆਨ ਵਿੱਚ ਲੈ ਜਾਏਗੀ। ਗਿਆਨ ਤਾਂ ਸਾਡੇ ਪਾਸ ਹੈ ਹੀ, ਪਰ ਸਾੜ ਫਿਰ ਇਹ ਹੈ ਕਿ ਸ਼ਾਂਤੀ ਨਹੀਂ ਹੈ, ਘਬਰਾ ਹੈ, ਡਰ ਹੈ, ਹਾਵਾ ਹੈ, ਉਲਾਮਾ ਹੈ। ਇਹਨਾਂ ਨੂੰ ਮੋਤੀ ਆਇਆ ਤੇ ਛੇਤੀ ਛੇਤੀ ਕੁਛ ਬੋਲਿਆ। ਪੰਡਤ ਤਰਬਕ ਕੇ, ਹੈਂ ਓਏ ਮੋਤੀ, ਕੀ ਆਖਿਆ ਈ? ਮੋਤੀ, ਮਹਾਰਾਜ ਜੀ ਕਹਿਰ ਹੈ, ਉਹ ਬਜਰਾ ਜਿਸ ਵਿੱਚ ਦਾਤਾ ਸਾਈਂ ਦੀ ਲੋਥ ਪਿਛਲੇ ਸਾਲ ਰੋੜੀ ਸੀ, ਕਿਨਾਰੇ ਲੱਗਾ ਪਿਆ ਹੈ, ਪਿੱਪਲ ਨਾਲ ਬੱਧਾ ਹੈ। ਉਹ ਪਰਾਲੀ ਤੇ ਉਹ ਦਾਗੀ ਪੂਰੇ ਉਸੇ ਤਰ੍ਹਾਂ ਪਏ ਹਨ, ਲੋਥ ਵਿੱਚ ਹੈ ਨਹੀਂ। ਪੰਡਤ ਜੀ ਦਾ ਰੰਗ ਉੱਡ ਗਿਆ, ਘਬਰਾ ਗਏ। ਸੱਚ ਨਹੀਂ ਓਏ, ਤੂੰ ਭੁੱਲਦਾ ਹੈ? ਮੋਤੀ, ਨਹੀਂ ਜੀ, ਮੈਂ ਚੰਗੀ ਤਰ੍ਹਾਂ ਤਸੱਲੀ ਕਰਕੇ ਆਇਆ ਹਾਂ। ਪੰਡਤ, ਹਾਦੈਵ, ਅੱਗੇ ਦੀ ਤਾਂ ਰਹੀ, ਅੱਗੇ ਦੇਖੀ ਜਾਊ, ਹਾਲੇ ਤਾਂ ਇੱਥੇ ਹੀ ਵਿਨਾਸ਼ ਆ ਗਿਆ। ਉਹ ਰਾਜਾ ਜੀ ਦਾ ਸਿਪਾਹੀ ਜ਼ਰੂਰ ਸੂਈਆਂ ਸੀ, ਸਾਡੀ ਵੀ ਮੱਤ ਫਿਰ ਗਈ। ਨਦੀ ਵਿੱਚ ਲੋਥ ਨਾ ਸਿੱਟੀ, ਕੁਛ ਉਗ ਸੁਗ ਨਾ ਰਹਿੰਦੀ, ਬਜਰਾ ਚੁੱਕ ਟੋਰਿਆ। ਕਾਹਲੀ, ਹਾਏ ਕਾਲੀ ਤੇ ਮੱਤ ਦਾ ਵਿਨਾਸ਼। ਉਹ ਸੂਹ ਲੱਗ ਗਈ, ਬਸ ਅਹਦੀਏ ਆਏ ਕਿ ਆਏ। ਪੰਡਤਾਣੀ ਤਿਆਰ ਹੋ, ਕਰਮਾਂ ਦਾ ਫਲ। ਹਾਂ ਕਰਮ ਗਤੀ, ਗਿਆਨ ਨੇ ਕੀ ਕਰਨਾ ਹੈ? ਫੋਕਾ ਗਿਆਨ, ਕੂੜੀ ਆਸ ਹੈ। ਮੋਤੀ, ਕੋਈ ਦੱਸ ਅਕਲ। ਇਹ ਕਹਿੰਦੇ ਪੰਡਤ ਜੀ ਆਪੇ ਵਿੱਚ ਗਰਕਦੇ ਗੁੰਮ ਜੇ ਹੋ ਗਏ। ਉਧਰ ਪੰਡਤਾਣੀ ਕੰਬਣ ਲੱਗ ਗਈ। ਢੇਰ ਚਿਰ ਪਿੱਛੋਂ ਹੋਸ਼ ਆਈ ਤਾਂ ਕਹਿਣ ਲੱਗੇ, ਜੇ ਤਾਂ ਹੈ ਸਰਕਾਰੀ ਆਦਮੀ ਤਦ ਤਾਂ ਪੇਸ਼ ਜਾਂਦੀ ਨਹੀਂ, ਨਾ ਭੱਜਿਆ, ਨਾ ਲੁਕਿਆ ਤੇ ਨਾ ਤਰਲੇ ਕੱਢਿਆ। ਜੇ ਕੋਈ ਹੋਰ ਸੀ ਤਾਂ ਖੈਰ, ਮਾਇਆ ਬਹੁਤ ਹੈ, ਗਿਆਨ ਨਹੀਂ ਛੁਡਾਉਂਦਾ। ਕੋਈ ਦੇਵੀ ਦੇਵ ਨਹੀਂ ਬੌੜਦਾ ਤਾਂ ਮਾਇਆ ਜ਼ਰੂਰ ਬੌੜੇਗੀ। ਜੋ ਪਾਪਾਂ ਨਾਲ ਇਕੱਠੀ ਕੀਤੀ ਹੈ, ਉਹ ਪਾਪਣ ਪਾਪੀਆਂ ਦੇ ਹੱਥੋਂ ਹੁਣ ਰੱਖਿਆ ਕਰੇਗੀ। ਤਰਬਕ ਕੇ, ਹੈਂ ਕਿਆ ਖੜਾ ਕੇ ਤੱਕ ਹਾਂ? ਮੋਤੀ, ਅਜੇ ਤਾਂ ਕੁਛ ਨਹੀਂ। ਪੰਡਤ, ਜਾ ਖਾਂ ਵਗ ਕੇ ਠਾਣੇ, ਜਰਾ ਓਪਰਾ ਜਿਹਾ ਬਣ ਕੇ ਕੋਈ ਕੰਨੇ ਸੂਹ ਕੱਢ। ਹੈਂ ਆ ਕੀ ਆਵਾਜ਼ ਹੈ? ਠਹਿਰ ਜਾ, ਰਾਗ ਦੀ ਸੁਰ ਹੈ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾਸਾਈ। ਨੀਲ ਵਸਤਰ ਪੈਰ ਹੋਵੇ ਪਰਵਾਨ, ਮਲੇਛ ਤਾਨ ਲੈ ਪੂਜੇ ਪੁਰਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ। ਮਤ ਪਿੱਟੇ ਵੇ ਮਤ ਪਿੱਟੈ, ਇਹ ਅਨ ਅਸਾਡਾ ਫਿੱਟੈ। ਤਨ ਫਿੱਟੈ ਫੇੜ ਕਰੇਣ, ਮਨ ਜੂਠੇ ਚੁਲੀ ਪਰੇਣ। ਪੰਡਤਾਣੀ, ਇਹ ਤਾਂ ਉਹ ਆਵਾਜ਼ ਹੈ। ਪੰਡਤ, ਚੁੱਪ ਕਰ, ਸੁਣਨ ਦੇ। ਪੰਡਤਾਣੀ, ਮੈਂ ਕਹਿੰਦੀ ਹਾਂ ਉਹ ਆਵਾਜ਼ ਹੈ, ਮੋਇਆ ਨਹੀਂ, ਜੀਵਦਾ ਆ ਗਿਆ ਹੈ। ਗੁਪਤੀ ਤਲਵਾਰ ਲੈ ਕੇ ਤੇ ਅਹਦੀਏ ਸਿਪਾਹੀ ਲੈ ਕੇ ਆ ਗਿਆ ਹੈ। ਹੁਣ ਮੋਏ ਕੋਈ ਥਾਂ ਨਹੀਂ, ਚਲੋ ਲੁੱਕ ਕੇ ਨੱਠ ਚਲੀਏ। 2 ਥੈਲੀਆਂ ਮੋਹਰਾਂ ਦੀਆਂ ਨਾਲ ਲੈ ਚਲੀਏ। ਪੰਡਤ, ਜੇ ਆਇਆ ਹੈ ਤੇ ਅਹਦੀਏ ਚਾੜ ਲਿਆਇਆ ਹੈ ਤਾਂ ਹੁਣ ਭੱਜਣ ਦਾ ਵੇਲਾ ਨਹੀਂ। ਹੁਣ ਆਈ ਤੇ ਸਿਰ ਤੇ ਆਈ। ਮੋਤੀ, ਭੱਜ ਕੇ ਵੇਖ, ਹਾਂ ਉਹ ਦਾਤਾ ਹੈ, ਆਵਾਜ਼ ਤਾਂ ਸਗਵੀਂ ਉਹ ਹੈ। ਜੀਵਣਾ ਭੱਜਦਾ ਆਇਆ। ਸੁਆਣੀ ਜੀ, ਦਾਤਾ ਸਾਈਂ ਜੀਵਦਾ, ਜਾਗਦਾ, ਗਾਉਂਦਾ, ਲਟਕਾ ਲੈਂਦਾ ਆ ਰਿਹਾ ਹੈ। ਪੰਡਤ ਘਬਰਾ ਕੇ, ਕੱਲਾ ਹੈ ਕਿ ਅਹਦੀਆਂ ਨਾਲ ਹੈ? ਜੀਵਣਾ ਜੀ, ਇਕੱਲਾ ਹੈ, ਇਧਰੇ ਆ ਰਿਹਾ ਹੈ। ਪੰਡਤ ਜੀ ਪਰ ਇੱਕ ਤਰ੍ਹਾਂ ਦਾ ਝੋਲਾ ਵੱਜ ਗਿਆ। ਹੱਕੇ ਬੱਕੇ ਪੱਥਰ ਦੀ ਮੂਰਤੀ ਵਾਂਗ ਬਿੜ ਤੱਕਣ ਲੱਗ ਗਏ। ਇਹਨਾਂ ਨੂੰ ਆਪਣੀ ਪੂਰੀ ਸੁੰਦਰਤਾ, ਤੇਜ,
ਚੋਂਦੇ ਚੋਂਦੇ ਰੰਗ ਤੇ ਚੜ੍ਹਦੀਆਂ ਕਲਾਂ ਦੇ ਠਾਠ ਵਿੱਚ ਦਾਤਾ ਸਾਈਂ ਪੰਡਤ ਦੇ ਸਾਹਮਣੇ ਆ ਖੜੋਤੇ। ਅੱਗੇ ਤਾਂ ਪੰਡਤ ਜੀ ਦਾ ਰੰਗ ਪੀਲਾ ਸੀ, ਪਰ ਹੁਣ ਕਾਲੋ ਪਰਤ ਗਈ ਤੇ ਅੱਖਾਂ ਧਰਤੀ ਵਿੱਚ ਗੱਡੀਆਂ ਗਈਆਂ। ਦਾਤਾ ਲੋਕ, ਪੰਡਤ ਜੀ ਕਲਿਆਣ ਹੋਵੇ, ਆਪ ਡਰੋ ਨਹੀਂ। ਮੈਂ ਰਾਜਾ ਜੀ ਦਾ ਸੰਦੇਸ਼ਾ ਲੈ ਕੇ ਆਇਆ ਹਾਂ, ਪਰ ਉਹ ਕਤਲ ਦਾ ਨਹੀਂ, ਕਿਉਂਕਿ ਮੇਰਾ ਰਾਜਾ ਪ੍ਰੇਮ ਦਾ ਰਾਜ ਕਰਦਾ ਹੈ। ਮੇਰੇ ਨਾਲ ਅਹਿਦੀਆ ਕੋਈ ਨਹੀਂ, ਪਰ ਪ੍ਰੇਮ ਦੇ ਦੂਤ ਹਨ। ਆਪ ਦੇ ਅੰਦਰ ਪ੍ਰਵੇਸ਼ ਕਰਨਗੇ, ਮਾਰਨਗੇ, ਪਰ ਤੁਹਾਨੂੰ ਨਹੀਂ, ਬੁਰਾਈਆਂ ਨੂੰ ਮਾਰ ਕੇ ਕੱਢ ਦੇਣਗੇ। ਪਿਆਰੇ ਪੰਡਤ ਜੀ, ਤਕੜੇ ਹੋਵੋ। ਇਹ ਕਹਿੰਦੇ ਪੰਡਤ ਜੀ ਨੂੰ ਗਲਵਕੜੀ ਜਾ ਪਾਈ ਤੇ ਆਖਿਆ, ਜਿਸ ਰਾਖੇ ਤਿਸ ਕੋਏ ਨਾ ਮਾਰੇ, ਸੋ ਮੂਆ ਜਿਸ ਮਨੋਂ ਵਿਸਾਰੇ। ਮੈਨੂੰ ਰੱਖਣਾ ਸੀ, ਮੈਂ ਮਾਰਿਆ ਨਹੀਂ ਮਰਿਆ। ਤੁਹਾਨੂੰ ਮਨੋਂ ਵਿਸਾਰ ਬੈਠਾ ਹੈ, ਤੁਸੀਂ ਜਿਉਂਦੇ ਮਰ ਰਹੇ ਹੋ। ਪਰ ਹੁਣ ਮੈਨੂੰ ਹੁਕਮ ਹੋਇਆ ਹੈ ਜੋ ਤੁਹਾਨੂੰ ਦੱਸਾਂ ਕਿ ਤੁਹਾਡੇ ਲਈ ਵੀ ਜੀਵਨ ਤਿਆਰ ਹੈ। ਤੁਸੀਂ ਵੀ ਜੀਉ ਸਕਦੇ ਹੋ। ਤਿਆਰ ਹੋਵੋ। ਮੇਰੇ ਦਾਤਾ ਜੀ ਦੀ ਜੀਵਨ ਬਿਜਲੀ ਦੀ ਰੌਂ ਆਈ ਹੈ। ਪੰਡਤ ਬਿਰ ਤੱਕਦਾ ਹੈ। ਉਸਦੇ ਅੰਦਰ ਆਸ ਨਹੀਂ ਆਈ, ਕੁਛ ਬੇਵਸਾਹੀ ਜਿਹੀ ਹੈ। ਦਾਤਾ ਨੇ ਰਤਾ ਕੋ ਝੰਜੂੜਿਆ ਤੇ ਕਿਹਾ, ਗਿਆਨ ਜਾਣਨ ਦਾ ਨਾਮ ਨਹੀਂ। ਜਾਣਦਾ ਤੇ ਸਭ ਕੋਈ ਹੈ ਕਿ ਮੇਰੇ ਅੰਦਰ ਰੋਟੀ ਜਾਂਦੀ ਹੈ ਤੇ ਪਚਦੀ ਹੈ ਤੇ ਉਹਦੇ ਆਸਰੇ ਮੈਂ ਜੀਉਂਦਾ ਹਾਂ, ਪਰ ਪਛਾਣਦਾ ਕੌਣ ਹੈ ਕਿ ਹਜ਼ਮ ਕੀ ਕੁਰ ਹੋ ਰਹੀ ਹੈ ਤੇ ਲਹੂ ਕਿਸ ਵੇਲੇ ਤੇ ਕਿਸ ਤਰ੍ਹਾਂ ਬਣ ਰਿਹਾ ਹੈ ਤੇ ਸਰੀਰ ਨੂੰ ਕਿਸ ਤਰ੍ਹਾਂ ਪਾਲ ਰਹੀ ਹੈ। ਮੈਂ ਆਪਣੀਆਂ ਲੁਕਵੀਆਂ ਤਾਕਤਾਂ ਦਾ ਪਛਾਣੂ ਨਹੀਂ। ਚੁੱਪ ਰਹਿ ਕੇ ਵਿਦਿਆ ਨੇ ਮਨ ਬੁੱਧੀ ਨੂੰ ਤ੍ਰਿਖਿਆ ਕਰ ਦਿੱਤਾ ਹੈ, ਪਰ ਮਨ ਬੁੱਧੀ ਵੀ ਤਾਂ ਦ੍ਰਿਸ਼ਟਾ ਨਹੀਂ ਹੈ। ਇਹਨਾਂ ਦਾ ਦ੍ਰਿਸ਼ਟਾ ਕੋਈ ਹੋਰ ਹੈ। ਫਿਰ ਜੋ ਕੰਮ ਮਨ ਬੁੱਧੀ ਦੇ ਮੰਡਲ ਵਿੱਚ ਹੋ ਰਿਹਾ ਹੈ, ਉਹ ਵੀ ਤਾਂ ਇੱਕ ਤਰ੍ਹਾਂ ਦ੍ਰਿਸ਼ਟਮਾਨ ਦੀ ਖੇਡ ਹੀ ਹੈ। ਦ੍ਰਿਸ਼ਟਾ ਦੀ ਖੇਡ ਤਾਂ ਅਗੇਰੇ ਹੈ, ਔਰ ਉਹ ਇਹਨਾਂ ਤੋਂ ਕਿਤੇ ਉਚੇਰੀ ਪ੍ਰਕਾਸ਼ਮਾਨ ਤੇ ਸੁੱਤੇ ਸਿੱਧ ਤੇ ਸੁੱਤੇ ਪ੍ਰਕਾਸ਼ ਹੈ। ਪੰਡਤ ਜੀ, ਪੜ੍ਹ ਸੁਣ ਕੇ ਭੁੱਲ ਵਿੱਚ ਅਟਕ ਕੇ ਔਖੇ ਹੋ ਰਹੇ ਹੋ। ਇਸ ਮੰਡਲ ਤੋਂ ਉੱਚੇ ਉੱਠੋ, ਛਾਲ ਮਾਰੋ ਤੇ ਉਸ ਰੰਗ ਵਿੱਚ ਜਾਓ ਜਿਸ ਦੀ ਕੇਵਲ ਟੋਹਾਂ ਵਾਲੀ ਵਾਗ ਵੀ ਨੂੰ ਯਥਾਰਥ ਸਮਝ ਰਹੇ ਹੋ। ਤੁਸੀਂ ਤਾਂ ਅਜੇ ਨਿਸ਼ਚਿਤ ਵੀ ਨਹੀਂ ਕਿ ਏਕਤਾ ਦੀ ਖੇਡ ਹੈ ਜਾਂ ਦੁਈ ਦੀ ਖੇਡ ਹੈ ਜਾਂ ਤ੍ਰਿਪਟੀ ਦੀ ਖੇਡ ਹੈ। ਕਦੇ ਇੱਕ ਬ੍ਰਹਮ ਕਹਿ ਕੇ ਦੂਜਾ ਹੈ ਨਹੀਂ ਕਹਿੰਦੇ ਹੋ, ਕਦੇ ਕਹਿੰਦੇ ਹੋ ਨਹੀਂ ਦੋ ਹਨ, ਇੱਕ ਪੁਰਖ ਹੈ ਤੇ ਇੱਕ ਪ੍ਰਧਾਨ ਹੈ। ਕਦੇ ਤਿੰਨ ਲੈ ਬਹਿੰਦੇ ਹੋ, ਕਹਿੰਦੇ ਹੋ ਪ੍ਰਧਾਨ ਪੁਰਖ ਤੇ ਈਸ਼ਵਰ ਯਾਨੀ ਪੁਰਖ ਵਿਸ਼ੇਸ਼ ਤ੍ਰੈ ਸੁਤੰਤਰ ਹਨ। ਕਦੇ ਨਿਰੀ ਪ੍ਰਕਿਰਤੀ ਕੂਕਦੇ ਚਾਰ ਤੱਤ ਦੀ ਖੇਡ ਆਖਦੇ ਹੋ। ਕਦੇ ਸਾਰਾ ਸੁਪਨਾ ਜਾਣਦੇ ਹੋ ਤੇ ਸ਼ੂਨ ਤੇ ਅਪੜਦੇ ਹੋ। ਕਦੇ ਸ਼ੂਨ ਤੋਂ ਅੱਗੇ ਹੋਰ ਅਸੂਲ ਮੰਨਦੇ ਹੋ। ਤੁਹਾਡਾ ਗਿਆਨ ਕੀ ਹੈ? ਆਪਣੀ ਥੋੜ੍ਹੀ ਜਿਹੀ ਵਾਕਫੀ ਦਾ ਰਾਮ ਰੋਲਾ। ਪੰਡਤ ਜੀ ਨੂੰ ਹੋਸ਼ ਫਿਰੀ। ਦਿਲ ਨੇ ਢਾਰਸ ਫੜੀ ਕਿ ਇਹ ਤਾਂ ਫਕੀਰ ਹੀ ਜਾਪਦਾ ਹੈ, ਸਰਕਾਰੀ ਆਦਮੀ ਨਹੀਂ ਹੈ। ਗੱਲ ਸੁਣੀ ਤੇ ਸਮਝੀ, ਪਰ ਅਜੇ ਸਰੀਰ ਵਿੱਚ ਭੈ ਹੈ। ਉਂਝ ਕੁਛ ਹੌਸਲਾ ਫਿਰ ਪਿਆ ਸੀ। ਕਹਿਣ ਲੱਗੇ, ਤੂੰ ਸੱਚਮੁੱਚ ਫਕੀਰ ਹੈ? ਦਾਤਾ, ਫਕੀਰ ਤਾਂ ਕੌਣ ਹੈ, ਪਰ ਮੈਂ ਬਦਲਾ ਲੈਣ ਲਈ ਨਹੀਂ ਆਇਆ, ਪਿਆਰ ਕਰਨ ਆਇਆ ਹਾਂ। ਮੈਂ ਪ੍ਰੇਮ ਦੀ ਸਰਕਾਰ ਦਾ ਅਹਿਦੀਆ ਹਾਂ। ਮੇਰੇ ਪ੍ਰੀਤਮ ਜੀ ਨਰਕ ਅਗਨ ਤੋਂ ਰੱਖਣ ਲਈ ਸਰਕਾਰ ਦੇ ਹਾਕਮ ਹਨ। ਪੰਡਤ ਜੀ, ਮੈਂ ਤੁਹਾਡਾ ਮਾਨੋ ਖੂਨ ਕੀਤਾ ਸੀ। ਦਾਤਾ, ਹੁਕਮ ਇਹੋ ਸੀ, ਆਪ ਦਾ ਦੋਸ਼ ਨਹੀਂ ਹੈ। ਪੰਡਤ, ਦੋਸ਼ ਨਹੀਂ? ਤੁਸੀਂ ਨਹੀਂ ਵਿਚਾਰਦੇ? ਦਾਤਾ, ਮੈਂ ਸੱਚ ਆਖਦਾ ਹਾਂ ਕਿ ਮੈਂ ਰੱਤੀ ਭਰ ਦੋਸ਼ ਨਹੀਂ ਵਿਚਾਰਦਾ। ਉਹ ਮੇਰੇ ਮਾਲਕ ਦਾ ਹੁਕਮ ਸੀ, ਸੁਖ ਸੀ, ਔਰ ਉਸ ਤੋਂ ਮੈਂ ਸੁਖ ਪਾਇਆ ਹੈ। ਮੇਰੇ ਪ੍ਰੀਤਮ ਜੀ ਦਾ ਰਾਜ ਚਮਕਿਆ ਹੈ। ਇਸ ਕਰਕੇ ਤੁਹਾਨੂੰ ਮੈਂ ਅਤ ਪਿਆਰਾ ਸੱਜਣ ਸਮਝਦਾ ਹਾਂ। ਇਹ ਕਹਿਣਾ ਸੀ ਕਿ ਸਭ ਨੂੰ ਆਸ਼ੀਰਵਾਦ ਦੇਣ ਵਾਲੇ ਤੇ ਕਦੇ ਨਾ ਚੁੱਕਣ ਪਰ ਸਦਾ ਝੁਕਾਉਣ ਵਾਲੇ ਪੰਡਤ ਜੀ ਚੁੱਕ ਗਏ। ਧੰਨ ਤੂੰ ਹੈ, ਤੂੰ ਬੀਤਰਾਗ ਹੈ, ਕਹਿਣ ਲੱਗ ਪਏ। ਦਾਤਾ ਜੀ ਨੇ ਚੁੱਕ ਕੇ ਗਲ ਨਾਲ ਲਾਇਆ। ਇਹ ਗੱਲ ਨਾਲ ਲੱਗਣਾ ਸੀ ਕਿ ਮੁਰਦਾ ਸਰੀਰ ਦਾ ਬਿਜਲੀ ਨਾਲ ਛੋ ਜਾਣਾ ਸੀ। ਇੱਕ ਸ਼ੁਕਰ ਤੇ ਪਿਆਰ ਦੀ ਰੌਂ ਪੰਡਤ ਜੀ ਦੇ ਸਰੀਰ ਵਿੱਚ ਝਲਕਾ ਮਾਰ ਗਈ। ਅੱਜ ਦਿਸਿਆ ਕਿ ਕਹਿਣੀ ਤਾਂ ਕਹਿਣੀ ਹੈ, ਪਰ ਕਰਨੀ ਕੁਛ ਹੋਰ ਸ਼ੈ ਹੈ। ਸੰਸਾਰ ਨੂੰ ਮਿਥਿਆ ਜਾਣਨਾ ਇਹ ਹੈ ਤੇ ਸਰਬ ਵਿੱਚ ਜੋਤ ਦਾ ਪ੍ਰਕਾਸ਼ ਵੇਖਣਾ ਇਹ ਹੈ।
ਸਾਈਂ ਨਾਲ ਜੋਗ ਇਹ ਹੈ ਕਿ ਦ੍ਰਿਸ਼ਟਮਾਲ ਨਾਲ ਸੰਸਾਰ ਇਹ ਹੈ। ਹੁਣ ਬੜੇ ਆਦਰ ਨਾਲ ਦਾਤਾ ਜੀ ਨੂੰ ਬਿਠਾਇਆ। ਪੰਤਾਣੀ ਦਾ ਦਿਲ ਵੀ ਥਾਵੇਂ ਆ ਗਿਆ ਤੇ ਫੜੇ ਜਾ ਕੇ ਖੁਆਰੀ ਤੇ ਮਾਰੇ ਜਾਣ ਦਾ ਨਿਜ ਦਾ ਭੈ ਦੂਰ ਹੋ ਗਿਆ ਸੀ। ਹੁਣ ਧੀ ਯਾਦ ਆ ਗਈ। ਉਹ ਹੁਣ ਧੀ ਦੀ ਖਿੱਚ ਵਿੱਚ ਪਰੋਤੀ ਉਸ ਦੀ ਗੱਲ ਛੇੜਨੀ ਚਾਹੁੰਦੀ ਸੀ। ਜਦ ਪੰਡਤ ਜੀ ਚੁੱਪ ਹੋ ਗਏ ਤਾਂ ਬੋਲੀ, ਇਹ ਕਿਸੇ ਪਿਆਰ ਭਰੇ ਸੋਮੇ ਤੋਂ ਨਿਕਲੀ ਹੋਈ ਨੇ, ਕਿਤੇ ਮੇਰੀ ਲਾਲੀ ਦਾ ਵੀ ਥਾਓ। ਇਹ ਕਹਿ ਕੇ ਸਾਲ ਭਰ ਦੇ ਹਾਵੇ ਤੇ ਕੀਰ ਨੇ ਕਹਿ ਸੁਣਾਏ। ਦਾਤਾ ਜੀ ਨੇ ਸ਼ਾਂਤ ਨਾਲ ਸੁਣੇ ਤੇ ਫਿਰ ਅੱਖਾਂ ਮੀਟ ਕੇ ਕਿਤਨਾ ਕਾਲ ਚੁੱਪੀ ਰੱਖੀ। ਫਿਰ ਸਹਿਜ ਨਾਲ ਅੱਖਾਂ ਖੋਲੀਆਂ ਤੇ ਪੰਤਾਣੀ ਵੱਲ ਕਿਸੇ ਅਸਚਰਜ ਪਿਆਰ ਨਾਲ ਤੱਕ ਕੇ ਆਖਿਆ, ਮਾਂ, ਹਾਂ ਮੇਰੀ ਆਪਣੀ ਮਾਂ। ਇਹ ਮਾਂ ਕਹਿਣਾ ਸੀ ਕਿ ਜਾਦੂ ਸੀ। ਪੰਤਾਣੀ ਦੇ ਸਰੀਰ ਵਿੱਚੋਂ ਇੱਕ ਝਰਨਾਹਟ ਛਿੜ ਕੇ ਲੰਘੀ। ਦਾਹ ਤੇ ਬਿਰਹੋਂ ਮਾਨੋ ਮਿਲ ਗਿਆ ਤੇ ਦਾਤਾ ਪੇਟ ਜਾਏ ਪੁੱਤ ਵਾਂਗੂ ਆਪਣਾ ਤੇ ਪਿਆਰਾ ਲੱਗਣ ਲੱਗ ਗਿਆ। ਦਾਤਾ, ਮਾਂ ਬੜੀ ਭੁੱਖ ਲੱਗੀ ਹੈ। ਉਹ ਨਵੇਂ ਰੰਗ ਵਿੱਚ ਹੁਲਸਾਈ ਮਾਂ ਨੱਸੀ ਗਈ। ਪੁੱਤ ਦੀ ਭੁੱਖ ਆਂਦਰਾਂ ਨੂੰ ਖਿੱਚ ਪਾ ਰਹੀ ਹੈ। ਦੌੜੀ ਗਈ ਤੇ ਰਸੋਈ ਵਿੱਚੋਂ ਰੋਟੀਆਂ ਲਿਆ ਕੇ ਅੱਗੇ ਧਰੀ। ਨਿਰਵੈਰ ਦਾਤਾ, ਵੈਰਿਆ ਜਾ ਕੇ ਪਿਆਰ ਕਰਨ ਵਾਲਾ, ਕੋਇਆ ਜਾ ਕੇ ਪੁੱਤ ਬਣ ਜਾਣ ਵਾਲਾ, ਪਿਆਰ ਦਾ ਪਾਰਸ ਕਿਸ ਸਵਾਦ ਤੇ ਮੌਜ ਨਾਲ ਰੋਟੀ ਖਾ ਰਿਹਾ ਹੈ। ਮਾਂ ਪਦ ਸੁਣ ਕੇ ਮਮਤਾ ਵਿੱਚ ਭਰੀ ਮਾਂ ਤੱਕ ਰਹੀ ਹੈ ਤੇ ਸਦਕੇ ਹੋ ਰਹੀ ਹੈ। ਪੰਡਤ ਜੀ ਦੀਆਂ ਆਂਦਰਾਂ ਨੂੰ ਵੀ ਪਿਆਰ ਫੁਰ ਰਿਹਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅਖੀਰਲਾ ਭਾਗ ਆਪ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।